ਅੱਜ ਦੇ ਅਖਬਾਰਾਂ 'ਚ ਖਬਰ ਹੈ, ਕੱਲ ਟ੍ਰੇਡ ਯੂਨੀਅਨਾਂ ਦੇ ਆਲ ਇੰਡੀਆ ਪਲੇਟਫਾਰਮਾਂ ਦੀ ਮੀਟਿੰਗ ਹੋਈ ਹੈ ਅਤੇ ਉਸ ਮੀਟਿੰਗ 'ਚ ਕਿਸਾਨ ਪਲੇਟਫਾਰਮਾਂ ਦੇ ਨੁਮਾਇੰਦੇ ਵੀ ਸ਼ਾਮਲ ਹੋਏ ਨੇ। ਬਲਬੀਰ ਸਿੰਘ ਰਾਜੇਵਾਲ ਉੱਥੇ ਪਹੁੰਚੇ ਨੇ ਅਤੇ BKU ਏਕਤਾ ਅਗਰਾਹਾਂ ਦੇ ਨੁਮਾਇੰਦੇ ਵੀ ਉਸ ਮੀਟਿੰਗ 'ਚ ਗਏ ਨੇ ਅਤੇ ਉੱਥੇ ਫੈਸਲਾ ਹੋਇਆ ਕਿ ਸਨਅਤੀ ਮਜ਼ਦੂਰਾਂ ਦੀਆਂ ਮੰਗਾਂ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਾਂਝੇ ਐਕਸ਼ਨ ਕੀਤੇ ਜਾਣ। ਜਿਹੜੇ ਕੋਡ ਲੇਬਰ ਕੋਡਸ 4 ਨਵੇਂ ਲੇਬਰ ਕੋਡਸ ਲਾਗੂ ਕੀਤੇ ਗਏ ਨੇ ਅਤੇ ਜੋ ਕਿਸਾਨ ਅੰਦੋਲਨ ਦੀਆਂ 3 ਕਾਨੂੰਨਾਂ ਨੂੰ ਰੱਦ ਕਰਾਉਣ ਦੀਆਂ ਅਤੇ ਇਸ ਤੋਂ ਬਿਨਾਂ ਬਿਜਲੀ ਐਕਟ ਅਤੇ ਦੂਸਰੀਆਂ ਮੰਗਾਂ ਨੇ। ਇਹਨਾਂ ਮੰਗਾਂ ਨੂੰ ਸਾਂਝੇ ਤੌਰ 'ਤੇ ਲੈ ਕੇ ਵੱਖ-ਵੱਖ ਦਿਨਾਂ 'ਤੇ ਐਕਸ਼ਨ ਪਲਾਨ ਕੀਤੇ ਜਾਣ। ਇਹੋ ਜਿਹਾ ਸੰਕੇਤ ਵੀ ਆਇਆ ਕਿ ਸ਼ਾਇਦ ਇੱਕ ਦਿਨ ਕਿਸਾਨ ਵੀ ਅਤੇ ਸਨਅਤੀ ਮਜ਼ਦੂਰ ਵੀ ਸਾਂਝਾ ਨਿੱਜੀਕਰਨ ਵਿਰੋਧੀ ਦਿਵਸ ਮਨਾਉਣ। ਇਹ ਐਕਸ਼ਨ ਮਹੱਤਵਪੂਰਨ ਹੈ। ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਇਸ ਸੰਘਰਸ਼ ਦੌਰਾਨ ਸਭਨਾਂ ਅਜਿਹੇ ਲੋਕਾਂ ਨੂੰ ਜਿਹੜੇ ਹਕੂਮਤੀ ਨੀਤੀਆਂ ਤੋਂ, ਲੋਕ ਵਿਰੋਧੀ ਹਕੂਮਤੀ ਨੀਤੀਆਂ ਤੋਂ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਦੀ ਮਾਰ ਹੇਠ ਆ ਰਹੇ ਨੇ, ਇਹਨਾਂ ਕਾਨੂੰਨਾਂ ਦੀ ਮਾਰ ਹੇਠ ਆ ਰਹੇ ਨੇ, ਸਭਨਾਂ ਦੀ ਏਕਤਾ ਨੂੰ ਅੱਗੇ ਵਧਾਉਣਾ, ਮਜ਼ਬੂਤ ਕਰਨਾ ਜ਼ਰੂਰੀ ਹੈ। ਪਰ ਜਿਹੜੀ ਗੱਲ ਸਭ ਤੋਂ ਵੱਧ ਜ਼ਰੂਰੀ ਹੈ ਉਹ ਹੈ ਕਿ ਸਨਅਤੀ ਮਜ਼ਦੂਰ, ਕਿਸਾਨ ਅਤੇ ਖੇਤ ਮਜ਼ਦੂਰ ਇਹ ਸਭ ਤੋਂ ਮਹੱਤਵਪੂਰਨ ਹਿੱਸੇ ਨੇ ਜਿਨ੍ਹਾਂ ਦੀ ਭੂਮਿਕਾ ਦੇ ਸਿਰ 'ਤੇ ਕਿਸੇ ਵੀ ਅੰਦੋਲਨ ਦੀ ਹੋਣੀ ਦਾ ਨਿਪਟਾਰਾ ਹੋਣਾ। ਸੋ ਇਹ ਸਾਂਝ, ਇਹ ਐਕਸ਼ਨ ਲਾਜ਼ਮੀ ਤੌਰ 'ਤੇ ਮਜ਼ਦੂਰ ਕਿਸਾਨ ਏਕਤਾ ਨੂੰ ਅੱਗੇ ਵਧਾਉਣ ਦਾ ਜ਼ਰੀਆ ਬਣਨਗੇ, ਬਸ਼ਰਤੇ ਕਿ ਇਹਨਾਂ ਨੂੰ ਬਿਲਕੁਲ ਹੇਠਲੇ ਪੱਧਰ 'ਤੇ ਗਰਾਸ ਰੂਟ ਲੈਵਲ 'ਤੇ ਮਜ਼ਦੂਰਾਂ ਅਤੇ ਕਿਸਾਨਾਂ ਦੀ ਏਕਤਾ 'ਚ ਪਲਟਿਆ ਜਾਵੇ। ਇਸੇ ਪੱਖੋਂ ਮਹੱਤਵਪੂਰਨ ਘਟਨਾ ਵਿਕਾਸ ਪੰਜਾਬ 'ਚ ਹੋਈ ਕਿਸਾਨ ਮਜ਼ਦੂਰ ਏਕਤਾ ਰੈਲੀ ਹੈ। ਉਸ ਰੈਲੀ 'ਚ ਕਿਸਾਨਾਂ ਤੋਂ ਇਲਾਵਾ ਖੇਤ ਮਜ਼ਦੂਰਾਂ ਦੀ ਗਿਣਨਯੋਗ ਕਾਫੀ ਉਤਸ਼ਾਹਜਨਕ ਲਾਮਬੰਦੀ ਹੋਈ ਹੈ ਔਰ ਉਸ ਤੋਂ ਬਾਅਦ ਵੀ ਖੇਤ ਮਜ਼ਦੂਰ ਸਰਗਰਮੀਆਂ ਦੀ ਲੜੀ ਜਾਰੀ ਰਹਿ ਰਹੀ ਹੈ। ਇਹ ਸਰੋਕਾਰ ਪਹਿਲਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਤਿੰਨੇ ਖੇਤੀ ਕਾਨੂੰਨਾਂ ਦਾ ਜਿੰਨਾ ਅਸਰ ਕਿਸਾਨਾਂ 'ਤੇ ਪੈਣਾ ਉਹਦੇ ਨਾਲੋਂ ਕਿਤੇ ਵੱਡਾ ਅਸਰ ਖੇਤ ਮਜ਼ਦੂਰਾਂ 'ਤੇ ਪੈਣਾ। ਜਦੋਂ ਕਿਸਾਨਾਂ ਦੀ ਰੋਟੀ ਖੁੱਸਣ ਦੀ ਗੱਲ ਆਉਂਦੀ ਹੈ ਉਹ ਜ਼ਮੀਨ ਨਾਲ ਜੁੜ ਕੇ ਆਉਂਦੀ ਹੈ। ਜ਼ਮੀਨ ਜਾਊਗੀ ਤਾਂ ਰੋਟੀ ਵੀ ਜਾਊਗੀ, ਲੇਕਿਨ ਖੇਤ ਮਜ਼ਦੂਰਾਂ ਦੀ ਰੋਟੀ ਤਾਂ ਸਿੱਧੀ ਹੋ ਜਾਊਗੀ। ਦੋ ਪਹਿਲੂ ਨੇ, ਇੱਕ ਕਿਸਾਨਾਂ ਦੀਆਂ ਜ਼ਮੀਨਾਂ ਖੁੱਸਣ ਨਾਲ ਬੇਜ਼ਮੀਨਿਆਂ ਦੀ ਗਿਣਤੀ 'ਚ ਵਾਧਾ ਹੋਊਗਾ, ਰੁਜ਼ਗਾਰ ਮੰਗਦੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਊਗਾ। ਇਹਦੇ ਸਿੱਟੇ ਵਜੋਂ
ਕਿਸੇ ਵੀ ਖੇਤਰ 'ਚ ਤਨਖਾਹਾਂ ਡਿੱਗਣਗੀਆਂ, ਥੱਲੇ ਆਉਣਗੀਆਂ। ਇਸ ਢੰਗ ਨਾਲ ਖੇਤ ਮਜ਼ਦੂਰਾਂ 'ਤੇ ਅਸਰ ਪਊਗਾ। ਦੂਜੀ ਗੱਲ, ਰੁਜ਼ਗਾਰ ਦੇ ਮੌਕਿਆਂ 'ਤੇ ਅਸਰ ਪਊਗਾ। ਜਦੋਂ ਰੁਜ਼ਗਾਰ ਮੰਗਣ ਵਾਲੇ ਵੱਡੀ ਗਿਣਤੀ 'ਚ ਨੇ ਤਾਂ ਲਾਜ਼ਮੀ ਤੌਰ 'ਤੇ ਪਹਿਲਾਂ ਹੀ ਬੇਰੁਜ਼ਗਾਰੀ ਦਾ ਪੱਧਰ ਬਹੁਤ ਜ਼ਿਆਦਾ ਉੱਚਾ ਹੈ। ਇਹ ਸਮੱਸਿਆ ਹੋਰ ਡੂੰਘੀ ਹੋਊਗੀ। ਦੂਜੀ, ਜਿਹੜਾ ਜ਼ਰੂਰੀ ਵਸਤਾਂ ਸੰਬੰਧੀ ਕਾਨੂੰਨ ਦੀਆਂ ਸੋਧਾਂ ਨੇ, ਉਹਨਾਂ ਨੇ ਸਿੱਧੇ ਰੂਪ 'ਚ ਹੀ ਸਭ ਤੋਂ ਵੱਧ ਖੇਤ ਮਜ਼ਦੂਰਾਂ ਨੂੰ ਪ੍ਰਭਾਵਿਤ ਕਰਨਾ ਹੈ। ਜ਼ਖੀਰੇਬਾਜ਼ੀ ਵਧਣੀ ਹੈ, ਰਾਸ਼ਨ ਦੀ ਮਹਿੰਗਾਈ ਵਧਣੀ ਹੈ, ਜਿਹੜੀ ਜਨਤਕ ਵੰਡ ਪ੍ਰਣਾਲੀ ਆ, ਜਿੰਨੀਆਂ ਕੁ ਚੀਜ਼ਾਂ ਹੁਣ ਮਿਲਦੀਆਂ ਨੇ ਉਹਨਾਂ ਦਾ ਵੀ ਭੋਗ ਪੈਣ ਦੀ ਦਿਸ਼ਾ ਬਣੀ ਹੋਈ ਹੈ। ਇਸ ਕਰਕੇ ਖੇਤ ਮਜ਼ਦੂਰ ਸਭ ਤੋਂ ਜ਼ਿਆਦਾ ਇਹਨਾਂ ਕਾਨੂੰਨਾਂ ਦਾ ਅਸਰ ਹੰਢਾਉਣ ਵਾਲਾ, ਮਾਰ ਹੰਢਾਉਣ ਵਾਲਾ ਹਿੱਸਾ ਨੇ। ਇੱਕ ਹੋਰ ਸਿੱਟਾ ਵੀ ਜਿਹੜਾ ਇਹਨਾਂ ਕਾਨੂੰਨਾਂ ਦਾ ਨਿਕਲਣਾ, ਉਹ ਇਹ ਹੈ ਕਿ ਜਿਹੜੀ ਠੇਕਾ ਖੇਤੀ ਹੈ, ਠੇਕਾ ਖੇਤੀ ਛੋਟੇ ਛੋਟੇ ਖੇਤਾਂ 'ਤੇ ਬਹੁਤੀ ਮੁਨਾਫਾ ਬਖਸ਼ ਨਹੀਂ ਹੋ ਸਕਦੀ। ਜੇ ਠੇਕਾ ਖੇਤੀ ਵਾਲੇ ਕਾਨੂੰਨ ਪੁੱਗ ਜਾਂਦੇ ਨੇ, ਇਸ ਖੇਤੀ ਨੂੰ ਲਾਗੂ ਕੀਤਾ ਜਾਂਦਾ ਹੈ, ਤਾਂ ਇਹ ਨਹੀਂ ਹੋਣਾ ਕਿ ਜਿਹੜੀਆਂ ਦੇਸੀ ਤੇ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਨੇ, ਉਹ 1 ਕਿੱਲੇ ਦੇ ਵਾਲੇ ਕਿਸਾਨ ਨਾਲ, 1.5 ਕਿੱਲੇ ਵਾਲੇ ਕਿਸਾਨ ਨਾਲ, 2 ਕਿੱਲੇ ਵਾਲੇ ਕਿਸਾਨ ਨਾਲ ਉਹ ਠੇਕਾ ਕਰਨਗੀਆਂ। ਇਹ ਠੇਕੇ ਵੱਡੇ ਖੇਤਾਂ ਨਾਲ ਹੋਣਗੇ, ਵੱਡੇ ਖੇਤਾਂ ਵਾਲਿਆਂ ਨਾਲ ਹੋਣਗੇ, ਤਾਂ ਹੀ ਉਹਨਾਂ ਨੂੰ ਇਹ ਠੇਕਾ ਖੇਤੀ ਦਾ ਕੋਈ ਫਾਇਦਾ ਹੈ। ਇਸ ਕਰਕੇ ਉਹਨਾਂ ਦਾ ਇਹ ਹਿੱਤ ਹੈ ਕਿ ਜ਼ਮੀਨ ਥੋੜ੍ਹੇ ਹੱਥਾਂ 'ਚ ਇਕੱਠੀ ਹੋਵੇ। ਕਿਸਾਨਾਂ ਦੇ, ਗਰੀਬ ਕਿਸਾਨਾਂ ਦੇ ਹੱਥਾਂ 'ਚੋਂ ਜ਼ਮੀਨਾਂ ਜਾਣਗੀਆਂ ਅਤੇ ਕੁਛ ਵੱਡੇ ਲੋਕਾਂ ਦੇ ਹੱਥਾਂ 'ਚ ਜ਼ਮੀਨਾਂ ਇਕੱਠੀਆਂ ਹੋਣਗੀਆਂ। ਉਹ ਕਿਸੇ ਵੱਡੇ ਲੈਂਡਲਾਰਡ ਕੋਲ ਇਕੱਠੀ ਹੋਵੇ ਜ਼ਮੀਨ, ਚਾਹੇ ਕਿਸੇ ਕਾਰਪੋਰੇਸ਼ਨ ਕੋਲ ਜ਼ਮੀਨ ਇਕੱਠੀ ਹੋਵੇ, ਗਰੀਬ ਕਿਸਾਨਾਂ ਕੋਲੋਂ ਜਾਣਗੀਆਂ। ਔਰ ਇਹਦਾ ਵੀ ਉਹੀ ਨਤੀਜਾ, ਬੇਜ਼ਮੀਨੀਆਂ ਦੀ ਗਿਣਤੀ 'ਚ ਵਾਧਾ, ਰੁਜ਼ਗਾਰਹੀਣ ਲੋਕਾਂ ਦੀ ਗਿਣਤੀ 'ਚ ਵਾਧਾ, ਤਨਖਾਹਾਂ ਦਾ ਥੱਲੇ ਆਉਣਾ, ਮਾੜੀਆਂ ਸ਼ਰਤਾਂ 'ਤੇ ਜਦੋਂ ਤੁਸੀਂ ਕਰਜ਼ੇ ਹੇਠ ਹੁੰਦੇ ਹੋ, ਜਦੋਂ ਕਿਸੇ ਅੱਗੇ ਹੱਥ ਅੱਡਣਾ ਪੈਣਾ ਹੈ, ਜਦੋਂ ਉਹਦੇ ਕੋਲ ਰੁਜ਼ਗਾਰ 'ਤੇ ਲੱਗਦੇ ਹੋ, ਤਾਂ ਤੁਹਾਡੇ 'ਤੇ ਮਾੜੀਆਂ ਕੰਮ ਹਾਲਤਾਂ ਠੋਸੀਆਂ ਜਾਂਦੀਆਂ ਨੇ। ਇਸ ਪੱਖੋਂ ਵੀ ਇਹ ਨਤੀਜੇ ਖੇਤ ਮਜ਼ਦੂਰਾਂ ਲਈ ਵੀ ਅਤੇ ਗਰੀਬ ਕਿਸਾਨਾਂ ਲਈ ਵੀ ਸਭ ਤੋਂ ਮਾੜੇ ਨੇ। ਸੋ ਇਹਦਾ ਇੱਕ ਪਹਿਲੂ ਇਹ ਹੈ ਕਿ ਇਹਨਾਂ ਕਾਨੂੰਨਾਂ ਦੇ ਨਾਲ ਨਾਲ ਅਗਲਾ ਹਮਲਾ ਵੀ ਆਉਣ ਵਾਲਾ ਹੈ। ਜੇ ਇਹ ਹਮਲਾ, ਲੋਕ ਕਿੰਨੇ ਕੁ ਹਮਲੇ ਠੱਲ ਲੈਂਦੇ ਨੇ, ਰੋਕ ਲੈਂਦੇ ਨੇ, ਇਹ ਉਹਨਾਂ ਦੀ ਸ਼ਕਤੀ ਤੇ ਉਹਨਾਂ ਦੀ ਲੜਾਈ 'ਤੇ ਨਿਰਭਰ ਕਰਦਾ ਹੈ। ਪਰ ਹਾਕਮਾਂ ਦੀ ਨੀਤ ਹੈ, ਠੇਕਾ ਖੇਤੀ ਦਾ ਮਨਸੂਬਾ ਇਹ ਪੂਰਾ ਸਿਰੇ ਚੜਾਉਣ ਵਾਸਤੇ ਅਗਲਾ ਕਦਮ ਜਿਹਦੀ ਲੋੜ ਪੈਣੀ ਹੈ, ਉਹ ਇਹ ਹੈ ਕਿ ਲੈਂਡ ਸੀਲਿੰਗ ਦੇ ਜਿਹੜੇ ਕਾਨੂੰਨ ਨੇ, ਉਹਨਾਂ ਤੋਂ ਰੋਕਾਂ ਹਟਾਈਆਂ ਜਾਣ, ਸੀਲਿੰਗ ਹੱਦ ਵੱਧ ਤੋਂ ਵੱਧ ਉੱਚੀ ਕੀਤੀ ਜਾਵੇ। ਸੋ ਇੱਕ ਹੋਰ ਵੱਡਾ ਹਮਲਾ ਹੈ ਜਿਹੜਾ ਖੇਤ ਮਜ਼ਦੂਰਾਂ ਲਈ ਅਤੇ ਗਰੀਬ ਕਿਸਾਨਾਂ ਲਈ ਵਿਸ਼ੇਸ਼ ਤੌਰ 'ਤੇ ਘਾਤਕ ਹੈ, ਉਸ ਹਮਲੇ ਦੀ ਤਿਆਰੀ ਵੀ ਕੀਤੀ ਜਾ ਰਹੀ ਹੈ। ਸੋ ਇਹਨਾਂ ਪੱਖਾਂ ਤੋਂ ਜਿਹੜੀ ਇਹ ਲਹਿਰ ਹੈ, ਇਹਦੇ ਵਿੱਚ ਸਾਂਝੀ ਜੱਦੋ-ਜਹਿਦ ਸਨਅਤੀ ਮਜ਼ਦੂਰਾਂ ਦੀ, ਖੇਤ ਮਜ਼ਦੂਰਾਂ ਦੀ, ਕਿਸਾਨਾਂ ਦੀ, ਬਾਕੀ ਹੋਰਨਾਂ ਤਬਕਿਆਂ ਦੀ ਵੀ, ਪਰ ਸਾਰਿਆਂ ਨਾਲੋਂ ਮਹੱਤਵਪੂਰਨ ਹਿੱਸੇ ਇਹ ਨੇ ਜਿਨ੍ਹਾਂ ਦਾ ਲੜਨ 'ਚ ਵੀ ਵੱਧ ਦਿਲਚਸਪੀ ਹੋਣੀ ਚਾਹੀਦੀ ਹੈ, ਜਿਨ੍ਹਾਂ 'ਚ ਦਮਖਮ ਵੀ ਜ਼ਿਆਦਾ ਹੁੰਦਾ ਲੜਨ ਦਾ। ਇਹ ਲੜਾਈਆਂ ਉਹਨਾਂ ਦੇ ਸਿਰ 'ਤੇ ਹੀ ਅੱਗੇ ਵਧਾਈਆਂ ਜਾਣੀਆਂ ਚਾਹੀਦੀਆਂ ਨੇ। ਜੋਗਿੰਦਰ ਸਿੰਘ ਅਗਰਾਹਾਂ ਨੇ ਪੰਜਾਬੀ ਟ੍ਰਿਬਿਊਨ 'ਚ ਇਹਦੇ ਬਾਰੇ ਲਿਖਿਆ ਕਿ ਖੇਤ ਮਜ਼ਦੂਰਾਂ ਦੀ ਭੂਮਿਕਾ ਵਧਣੀ ਚਾਹੀਦੀ ਹੈ, ਜਿੰਨਾ ਉਹਨਾਂ 'ਤੇ ਅਸਰ ਪੈਣਾ ਹੈ ਉਹਦੇ ਮੁਕਾਬਲੇ ਉਹਨਾਂ ਨੂੰ ਹੋਰ ਜ਼ੋਰ ਨਾਲ ਅੱਗੇ ਆਉਣਾ ਚਾਹੀਦਾ ਹੈ। ਇਹਦੇ ਬਾਰੇ ਨਵਸ਼ਰਨ ਕੌਰ ਨੇ ਵੀ ਲਿਖਿਆ, ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਸਵਰਾਜ ਵੀਰ ਨੇ ਵੀ ਲਿਖਿਆ ਕਿ ਇਸ ਗੱਲ ਦਾ ਮਹੱਤਵ ਹੈ। ਇਸ ਕਰਕੇ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ ਜਿਵੇਂ ਇਹ ਹੋਈ ਹੈ, ਸਨਅਤੀ ਮਜ਼ਦੂਰਾਂ ਨਾਲ ਸਾਂਝ ਵਧਾਉਣ ਦੀ ਪਹਿਲ ਕਦਮੀ, ਕੱਲ੍ਹ ਜਿਹਦਾ ਐਲਾਨ ਹੋਇਆ, ਜੋ
ਬਰਨਾਲਾ ਰੈਲੀ 'ਚ ਹੋਇਆ, ਇਹੋ ਜਿਹੇ ਕਦਮਾਂ ਰਾਹੀਂ ਇਸ ਖੇਤ ਮਜ਼ਦੂਰ, ਕਿਸਾਨ ਤੇ ਸਨਅਤੀ ਮਜ਼ਦੂਰਾਂ ਦੀ ਏਕਤਾ ਨੂੰ ਹੋਰ ਅੱਗੇ ਵਧਾਉਣ ਦੇ ਕਦਮ ਲਏ ਜਾਣੇ ਚਾਹੀਦੇ ਨੇ। ਸੋ ਇਹ ਜਿਹੜਾ ਕੱਲ੍ਹ ਦੀ ਮੀਟਿੰਗ ਹੈ ਤੇ ਸੱਦਾ ਹੈ, ਇਸ ਪੱਖੋਂ ਉਹਦੇ ਮਹੱਤਵ ਨੂੰ ਦੇਖਿਆ ਜਾਣਾ ਚਾਹੀਦਾ ਹੈ।